जीव हमें अवगुण भरे एक गुण नाहि। अमृत छाड़ बिखै बिख खाई। माया मोह भरम पै भूले। सुत दारा स्यों प्रीत लगाई। एक उत्तम पंथ सुनियो गुर संगत। तेह मिलंत जम त्रास मिटाई। एक अरदास पाठ की रत की। गुरु रामदास राखहु सरनाई। हूँ आया दूरों चल के। मैं तकी तो सरनाए जियो। मैं आशा रखी चित में। मेरा सब दुख गवाए जियो। सो कहो टल गुर सेवियै। अहनिस सहज सुभाए। दर्शन परसै गुरु के। जन्म मरण दुख जाए। ज्यों बुलावह त्यों बोलह स्वामी। कुदरत कवन हमारी। साध संग नानक जस गायो। जो प्रभ की अत प्यारी। बेशुमार अथाह अगनत अतुल। ज्यों बुलावहो त्यों नानक दास भूलै। बेशुमार अथाह अगनत अतुल। ज्यों बुलावहो त्यों नानक दास भूलै। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ। ਨਵਖੰਡ ਮੱਧੇ ਪੂਜੀਆ ਆਪਣੇ ਚੱਜ ਵਿਚਾਰ। ਮਤ ਸੱਚਾ ਅੱਖਰ ਭੁੱਲ ਜਾਏ ਚੌਕੇ ਭਿਟੈ ਨਾ ਕੋਏ। ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ। ਸ਼ਲੋਕ ਮਹੱਲਾ ਤੀਜਾ। ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਝੂਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਗੁਰਮੁਖਾਂ ਦੀ ਸੰਗਤ, ਜਿਸ ਨੂੰ ਗੁਰਬਾਣੀ ਦੇ ਵਿੱਚ ਸਾਧ ਸੰਗਤ ਦਾ ਦਰਜਾ ਦਿੱਤਾ ਗਿਆ ਹੈ। ਦੂਜੀ ਹੈ ਮਨਮੁਖਾਂ ਦੀ ਸੰਗਤ, ਜਿਸ ਨੂੰ ਕੁਸੰਗਤ ਦਾ ਦਰਜਾ ਦਿੱਤਾ ਗਿਆ ਹੈ। ਮਨੁੱਖ ਦੀ ਜ਼ਿੰਦਗੀ ਵੇਲ ਦੀ ਤਰ੍ਹਾਂ ਹੈ। ਵੇਲ ਦਾ ਸੁਭਾਅ ਹੁੰਦਾ ਹੈ, ਜਿਹੋ ਜਿਹੀ ਸੰਗਤ ਮਿਲ ਜਾਵੇ ਉਹ ਜਿਹਾ ਰੁਖ ਅਖਤਿਆਰ ਕਰ ਲੈਂਦੀ ਹੈ। ਜੇ ਉਸ ਬਿਰਸ਼ ਨੂੰ, ਉਸ ਵੇਲ ਨੂੰ ਬਿਰਸ਼ ਦੀ ਸੰਗਤ ਮਿਲ ਜਾਵੇ, ਉਹ ਵੇਲ ਬਿਰਸ਼ 'ਤੇ ਚੜ੍ਹ ਜਾਂਦੀ ਹੈ। ਦੀਵਾਰ ਦੀ ਸੰਗਤ ਮਿਲ ਜਾਵੇ, ਦੀਵਾਰ 'ਤੇ ਚੜ੍ਹ ਜਾਂਦੀ ਹੈ। ਅਸੀਂ ਵੀ ਆਪਣੇ ਘਰਾਂ ਦੇ ਵਿੱਚ ਸਬਜ਼ੀਆਂ ਲਾਉਂਦੇ ਹਾਂ। ਕੱਦੂਆਂ ਕਰੇਲਿਆਂ ਦੀਆਂ ਵੇਲਾਂ ਨੂੰ ਕੰਧ 'ਤੇ ਚੜ੍ਹਾ ਦਿੰਦੇ ਹਾਂ। ਉਸੇ ਵੇਲ ਨੂੰ ਜੇ ਖੂਹ ਖੱਡੇ ਦੀ ਸੰਗਤ ਮਿਲ ਜਾਵੇ, ਉਹਦੇ ਵਿੱਚ ਵੀ ਡਿੱਗ ਪੈਂਦੀ ਹੈ। ਜੇ ਉਸ ਨੂੰ ਧਰਤੀ ਦੀ ਸੰਗਤ ਮਿਲ ਜਾਵੇ, ਫਿਰ ਉਹ ਧਰਤੀ ਉੱਤੇ ਫੈਲ ਜਾਂਦੀ ਹੈ। ਇਸੇ ਲਈ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਮਾੜੀ ਸੰਗਤ ਕਾਲਸ ਨਾਲ ਭਰੇ ਭਾਂਡੇ ਵਰਗੀ ਹੁੰਦੀ ਹੈ। ਜਿਹੜਾ ਭਾਂਡਾ ਕਾਲਸ ਦੇ ਨਾਲ ਲਿਬੜਿਆ ਹੋਵੇ, ਜੇ ਉਹਨੂੰ ਹੱਥ ਲੱਗ ਜਾਵੇ, ਕੱਪੜਾ ਛੋਹ ਜਾਵੇ, ਕੁਝ ਨਾ ਕੁਝ ਦਾਗ ਤੇ ਲੱਗ ਹੀ ਜਾਂਦਾ ਹੈ। ਇਸੇ ਲਈ ਮਾੜੀ ਸੰਗਤ ਤੋਂ ਬਚਣਾ ਚਾਹੀਦਾ। ਸਿਆਣੇ ਲੋਕ ਕਹਿੰਦੇ ਨੇ, ਬਦ ਨਾਲੋਂ ਬਦਨਾਮ ਬੁਰਾ। ਇੱਕ ਤੇ ਬੰਦਾ ਚੋਰ ਹੈ, ਡਾਕੂ ਹੈ, ਮੰਦ ਕਰਮੀ ਹੈ, ਉਹਦੇ ਬਾਰੇ ਸਾਰਿਆਂ ਨੂੰ ਪਤਾ ਹੁੰਦਾ, ਇਹ ਤਾਂ ਇਹੋ ਜਿਹਾ ਹੀ ਹੈ। ਪਰ ਜਦੋਂ ਕੋਈ ਚੰਗਾ ਆਦਮੀ ਮਾੜੀ ਸੰਗਤ ਵਿੱਚ ਚਲਿਆ ਜਾਂਦਾ ਹੈ, ਭਾਵੇਂ ਉਹ ਮਾੜਾ ਕਰਮ ਨਾ ਵੀ ਕਰੇ, ਬਦਨਾਮ ਤੇ ਹੋ ਹੀ ਜਾਂਦਾ ਹੈ। ਇਸੇ ਵਾਸਤੇ ਸਾਨੂੰ ਸਤਿਗੁਰੂ ਦਾ ਹੁਕਮ ਹੈ, ਭਾਈ ਤੁਸੀਂ ਗੁਰਮੁਖਾਂ ਦੀ ਸੰਗਤ ਕਰਿਆ ਕਰੋ। ਗੁਰਮੁਖ ਕੌਣ ਹੁੰਦੇ ਨੇ? ਗੁਰਮੁਖ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੋਵੇ। ਗੁਰਮੁਖ ਦੀ ਨਿਸ਼ਾਨੀ ਗੁਰਬਾਣੀ ਵਿੱਚ ਲਿਖੀ ਹੈ, ਗੁਰਮੁਖ ਸਨਮੁਖ, ਮਨਮੁਖ ਵੇਮੁਖੀਆ। ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਜਿਹਦਾ ਮੁਖ ਹਮੇਸ਼ਾ ਲਈ ਗੁਰੂ ਵੱਲ ਰਹਿੰਦਾ ਹੈ। ਹੁਣ ਆਪਾਂ ਗੁਰੂ ਦਰਬਾਰ ਵਿੱਚ ਬੈਠੇ ਹਾਂ, ਸਾਰਿਆਂ ਦਾ ਮੁਖ ਗੁਰੂ ਵੱਲ ਹੈ, ਆਪਾਂ ਗੁਰਮੁਖ ਹਾਂ। ਪਰ ਜਦੋਂ ਅਸੀਂ ਵਾਪਸ ਜਾਂਦੇ ਹਾਂ
ਤੇ ਫਿਰ ਸਾਡੀ ਕੰਡ ਗੁਰੂ ਵੱਲ ਵੀ ਹੋ ਜਾਂਦੀ ਹੈ। ਪਰ ਸਤਿਗੁਰੂ ਕਹਿੰਦੇ ਜਿਹੜਾ ਗੁਰਮੁਖ ਸਿੱਖ ਹੈ ਉਹ ਕਦੇ ਗੁਰੂ ਵੱਲ ਕੰਡ ਨਹੀਂ ਕਰਦਾ, ਉਹਦਾ ਮੁੱਖ ਗੁਰੂ ਵੱਲ ਹੀ ਰਹਿੰਦਾ ਹੈ। ਗੁਰੂ ਅਮਰਦਾਸ ਮਹਾਰਾਜ ਦੇ ਇਤਿਹਾਸ ਵਿੱਚ ਇਸ ਘਟਨਾ ਦਾ ਜ਼ਿਕਰ ਆਉਂਦਾ ਹੈ। ਜਦੋਂ ਉਹ ਖਡੂਰ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਹਾਜ਼ਰ ਸਨ, ਉਸ ਵੇਲੇ ਹਰ ਰੋਜ਼ ਜਿੱਥੇ ਗੋਇੰਦਵਾਲ ਸਾਹਿਬ ਨਗਰ ਹੈ, ਇਹ ਨਗਰ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਹੀ ਵਸਾਇਆ ਸੀ। ਗੋਇੰਦਵਾਲ ਗੋਬਿੰਦਪੁਰੀ ਸਮਝਲਣ ਤੀਰ ਵਿਪਾਸ ਬਣਾਇਓ। ਉਤੋਂ ਬਿਆਸ ਦਰਿਆ ਦੇ ਪਤਨ ਤੋਂ ਜਲਦੀ ਗਾਗਰ ਭਰ ਕੇ ਲਿਆਉਂਦੇ, ਸਵਾ ਪਹਿਰ ਅੰਮ੍ਰਿਤ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਵਾਉਂਦੇ ਸਨ। ਇਹ ਨਿਯਮ ਉਹਨਾਂ ਨੇ 12 ਸਾਲ ਤੱਕ ਬਿਲਾ ਨਾਗਾ ਸਿਰ ਤੋੜ ਨਿਭਾਇਆ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾਂਦੇ ਸਨ, ਉਸ ਵੇਲੇ ਆਪਣਾ ਮੁੱਖ ਗੁਰੂ ਵੱਲ ਹੀ ਰੱਖਦੇ ਸਨ। ਮੁੱਖ ਖਡੂਰ ਸਾਹਿਬ ਵੱਲ ਹੁੰਦਾ ਸੀ। ਇਤਿਹਾਸਕ ਵਾਕਿਆ ਹੈ। ਫਿਰ ਅੱਗੇ ਜਾ ਕੇ ਇੱਕ ਗੁਰਦੁਆਰਾ ਸਾਹਿਬ ਆਉਂਦਾ ਦਮਦਮਾ ਸਾਹਿਬ, ਉੱਥੇ ਦਿਸ਼ਾ ਬਦਲਦੀ ਸੀ। ਉੱਥੋਂ ਤੱਕ ਗੁਰੂ ਵੱਲ ਮੁੱਖ ਕਰਕੇ ਪਿਛਲੇ ਪੈਰੀਂ ਤੁਰ ਕੇ ਜਾਂਦੇ ਸਨ, ਅਤੇ ਫਿਰ ਜਦੋਂ ਦਿਸ਼ਾ ਬਦਲ ਜਾਂਦੀ ਫਿਰ ਬਿਆਸ ਦਰਿਆ ਵੱਲ ਮੁੱਖ ਕਰਕੇ ਜਲਦੀ ਗਾਗਰ ਭਰ ਕੇ ਲੈ ਆਉਂਦੇ। ਗੁਰਮੁਖ ਜੋ ਗੁਰੂ ਦੇ ਸਨਮੁਖ ਰਵੇ, ਪਰ ਐਸਾ ਹੋਣਾ ਤਾਂ ਕਠਿਨ ਹੈ। ਪਰ ਫਿਰ ਵੀ ਜੇ ਸਾਡੇ ਤਨ ਦੀ ਕੰਡ ਵੀ ਗੁਰੂ ਵੱਲ ਸੁਭਾਵਕ ਹੋ ਜਾਵੇ, ਪਰ ਮਨ ਗੁਰੂ ਦੇ ਸਨਮੁਖ ਰਹਿਣਾ ਜ਼ਰੂਰੀ ਹੈ। ਇਹ ਅੰਦਰੂਨੀ ਇੱਕ ਭੇਦ ਹੈ ਗੁਰਮੁਖ ਸਨਮੁਖ। ਗੁਰੂ ਦਾ ਤਨ ਵੀ ਗੁਰੂ ਦੇ ਸਨਮੁਖ ਰਵੇ ਅਤੇ ਗੁਰਮੁਖ ਦਾ ਮਨ ਵੀ ਗੁਰੂ ਦੇ ਸਨਮੁਖ ਰਹਿਣਾ ਚਾਹੀਦਾ। ਜੇ ਤਨ ਵੀ ਗੁਰੂ ਦੇ ਹਜ਼ੂਰੀ ਵੀ ਤਾਂ ਸਨਮੁਖ ਹੀ ਰਹਿੰਦਾ ਨਾ, ਅਤੇ ਰਹਿਣਾ ਚਾਹੀਦਾ। ਅਤੇ ਜੇ ਆਪਾਂ ਸੇਵਾ ਵਿੱਚ ਕਿਤੇ ਲੱਗਦੇ ਹਾਂ ਅਤੇ ਫਿਰ ਸਾਡਾ ਮਨ ਗੁਰੂ ਦੇ ਸਨਮੁਖ ਜ਼ਰੂਰ ਰਹਿਣਾ ਚਾਹੀਦਾ। ਗੁਰਮੁਖ ਕੌਣ ਹੈ? ਜਿਹੜਾ ਗੁਰੂ ਦੇ ਸਨਮੁਖ ਰਹਿੰਦਾ। ਸਨਮੁਖ ਸਿੱਖ ਦੀ ਅਵਸਥਾ ਬਹੁਤ ਉੱਚੀ ਹੁੰਦੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਬਾਣੀ ਦੇ ਅੰਦਰ ਉਸ ਦੇ ਬਾਰੇ ਬਹੁਤ ਸੁੰਦਰ ਲਿਖਿਆ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹਿ ਗੁਰ ਨਾਲੇ। ਸਨਮੁਖ ਸਿੱਖ ਜਿਉਂ ਰਹਿ ਗੁਰ ਨਾਲੇ। ਉਹ ਆਪਣੇ ਅੰਤਰ ਆਤਮਾ, ਆਪਣੇ ਮਨ ਤੋਂ, ਆਪਣੀ ਰੂਹ ਤੋਂ ਉਹ ਗੁਰੂ ਨਾਲ ਜੁੜਿਆ ਰਹਿੰਦਾ। ਜਿਉਂ ਰਹਿ ਗੁਰ ਨਾਲੇ, ਅੰਦਰੋਂ ਜੁੜਿਆ ਰਹਿੰਦਾ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜਿਉਂ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਇਹ ਸਨਮੁਖ ਸਿੱਖ ਦੀ, ਗੁਰਮੁਖ ਸਿੱਖ ਦੀ ਅਵਸਥਾ ਹੈ। ਉਹ ਗੁਰੂ ਦੇ ਚਰਨਾਂ ਨੂੰ ਹਮੇਸ਼ਾ ਲਈ ਆਪਣੇ ਧਿਆਨ ਵਿੱਚ ਵਸਾਉਂਦਾ ਹੈ। ਭਾਈ ਨੰਦ ਲਾਲ ਜੀ ਨੇ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਨੂੰ ਪੁੱਛਿਆ ਸੀ, ਆਪ ਜੀ ਦੇ ਕਿੰਨੇ ਰੂਪ ਨੇ, ਕਿੰਨੇ ਸਰੂਪ ਨੇ? ਅੱਗੋਂ ਸਤਿਗੁਰੂ ਨੇ ਜਵਾਬ ਦਿੱਤਾ ਸੀ,
तीन रूप हैं मोहे के, सुनहु नंद चित लाए। निर्गुण सरगुण गुर शब्द, कहूँ तोहि समझाए। ਇਸ ਸਤਿਗੁਰੂ ਦੇ ਤਿੰਨ ਸਰੂਪ ਨੇ, ਨਿਰਗੁਣ ਨਿਰਾਕਾਰ, ਸਰਗੁਣ ਸਾਕਾਰ ਰੂਪ, ਤੇ ਤੀਸਰਾ ਹੈ ਗੁਰ ਸ਼ਬਦ, ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰ ਕੇ ਚਰਨ, ਨਿਰਗੁਣ ਸਰੂਪ ਦੇ ਚਰਨ ਪਰਮੇਸ਼ਰ ਦਾ ਨਾਮ ਹੈ। ਚਿਤ ਚਰਨ ਨਾਮ। ਸਰਗੁਣ ਸਰੂਪ ਦੇ ਚਰਨ ਪ੍ਰਤੱਖ ਸਨ। ਤੇ ਜਿਹੜਾ ਸ਼ਬਦ ਗੁਰੂ ਹੈ, ਇਹਦੇ ਚਰਨ ਕਿਹੜੇ ਹੋਏ? ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿੱਚ ਦੋ ਪਦੇ ਤੇ ਪਦੇ ਚੌਪਦੇ ਸ਼ਬਦ ਆਉਂਦੇ ਨੇ, ਪੰਜ ਪਦੇ ਵੀ ਆ ਜਾਂਦੇ ਨੇ। ਪਦੇ ਦਾ ਅਰਥ ਹੁੰਦਾ ਚਰਨ। ਜਿਹੜੇ ਸ਼ਬਦ ਗੁਰੂ ਦੇ ਦੋ ਪਦੇ ਤੇ ਪਦੇ ਚੌਪਦੇ ਪੰਜ ਪਦੇ ਸ਼ਬਦ ਨੇ, ਇਹ ਇਸ ਦੇ ਚਰਨ ਹਨ। ਬਾਰ ਬਾਰ ਉਹਨਾਂ ਸ਼ਬਦਾਂ ਨੂੰ ਪੜ੍ਹਨਾ, ਵਿਚਾਰਨਾ, ਉਹਨਾਂ ਦੇ ਭਾਵ ਨੂੰ ਮਨ ਵਿੱਚ ਵਸਾਉਣਾ, ਇਹ ਗੁਰ ਕੇ ਚਰਨ ਹਿਰਦੈ ਤੇ ਆਏ। ਇਸ ਪੰਕਤੀ ਦਾ ਅਰਥ ਹੈ, ਅੰਤਰ ਆਤਮੈ ਸਮਾਲੇ ਗੁਰੂ ਦੇ ਚਰਨਾਂ ਨੂੰ ਆਤਮਾ ਦੇ ਅੰਦਰ, ਰੂਹ ਦੇ ਅੰਦਰ, ਆਪਣੀ ਜ਼ਮੀਰ ਦੇ ਅੰਦਰ ਸੰਭਾਲ ਕੇ ਰੱਖਣਾ। ਭਾਵ ਗੁਰੂ ਦੀ ਬਾਣੀ ਤੇ ਪਰਮੇਸ਼ਰ ਦਾ ਨਾਮ ਕਦੀ ਭੁੱਲੇ ਨਾ। ਇਹ ਗੁਰਮੁਖ ਸਿੱਖ ਦੀ ਅਵਸਥਾ ਹੈ। ਹੋਰ ਗੁਰਮੁਖ ਸਿੱਖ ਦੀ ਅਵਸਥਾ ਕੀ ਹੈ? ਆਪ ਛੱਡ ਸਦਾ ਰਹਿ ਪਰਨਾ, ਗੁਰਬਿਨ ਅਵਰ ਨਾ ਜਾਣੈ ਕੋਈ। ਆਪਾ ਭਾਵ ਛੱਡ ਕੇ, ਹਉਮੈ ਹੰਕਾਰ ਦਾ ਤਿਆਗ ਕਰਕੇ, ਦੇਹ ਅਧਿਆਸ ਨੂੰ ਛੱਡ ਕੇ, ਗੁਰੂ ਦੇ ਪਰਨਾ ਦਾ ਅਰਥ ਪ੍ਰਾਇਣ ਹੋ ਕੇ ਰਵੇ, ਗੁਰੂ ਤੇ ਭਰੋਸਾ ਰੱਖੇ। ਗੁਰਬਿਨ ਅਵਰ ਨਾ ਜਾਣੈ ਕੋਈ। ਇਹ ਗੁਰਮੁਖ ਸਿੱਖ ਦੀ ਅਵਸਥਾ ਹੈ। ਉਹ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਬਿਲਕੁਲ ਜਾਣੇ ਪਛਾਣੇ ਵੀ ਨਾ। ਮੈਂ ਨਾ ਗਨੇਸੈ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਕਾਣ ਸੁਨੇ ਪਹਿਚਾਨ ਨਾ ਤਿਨਸੋਂ, ਲਿਵ ਲਾਗੇ ਮੋਰੀ ਪੱਗ ਇਨਸੋਂ। ਇਹ ਗੁਰਮੁਖ ਸਿੱਖ ਦੀ ਅਵਸਥਾ ਹੈ। ਆਪ ਛੱਡ ਸਦਾ ਰਹਿ ਪਰਨਾ, ਗੁਰਬਿਨ ਅਵਰ ਨਾ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਸਨਮੁਖ ਸਿੱਖ ਗੁਰਮੁਖ ਸਿੱਖ ਨੂੰ ਹੀ ਆਖਿਆ ਹੈ, ਜਿਹੜਾ ਗੁਰੂ ਦੇ ਸਨਮੁਖ ਰਵੇ। ਦੂਸਰਾ ਗੁਰਮੁਖ ਸਿੱਖ ਦੀ ਅਵਸਥਾ ਇਹ ਹੈ, ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਵੇ। ਜਿਵੇਂ ਭਾਈ ਜੋਗਾ ਸਿੰਘ ਨੇ ਆਖਿਆ ਸੀ, ਮਹਾਰਾਜ ਮੈਂ ਤੁਹਾਡੇ ਜੋਗਾ ਹਾਂ, ਗੁਰੂ ਜੋਗਾ ਹਾਂ। ਅਤੇ ਫਿਰ ਕਲਗੀਧਰ ਪਾਤਸ਼ਾਹ ਨੇ ਉਹਦੀ ਰੱਖਿਆ ਵੀ ਕੀਤੀ। ਗੁਰੂ ਨੂੰ ਸਮਰਪਿਤ ਹੋਣ ਵਾਲਾ ਹੀ ਗੁਰਮੁਖ ਸਿੱਖ ਸਦਵਾ ਸਕਦੇ। ਤਨ ਮਨ ਧਨ ਸਭ ਸੌਂਪ ਗੁਰ ਕੋ, ਇਹ ਗੁਰਮੁਖ ਸਿੱਖ ਦੀ ਅਵਸਥਾ ਹੈ। ਆਪਣੇ ਆਪ ਨੂੰ ਗੁਰੂ ਦਾ ਨਿਮਾਣਾ ਸਿੱਖ ਸਮਝੇ, ਹੰਕਾਰ ਛੱਡ ਦੇਵੇ, ਉਹ ਗੁਰਮੁਖ ਸਿੱਖ ਸਦਵਾਉਂਦੇ। ਅਤੇ ਐਸੇ ਗੁਰਮੁਖਾਂ ਦੀ ਸੰਗਤ ਕਰਾਂਗੇ, ਰੰਗ ਲਾਗਤ 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 ਹੈ। ਫਿਰ ਜ਼ਰੂਰ ਸਾਨੂੰ ਵੀ ਬਾਣੀ ਦਾ, ਨਾਮ ਦਾ, ਸਿੱਖੀ ਦਾ, ਭਗਤੀ ਦਾ ਰੰਗ ਚੜ੍ਹੇਗਾ। ਜੋ ਜੈਸੀ ਸੰਗਤ ਮਿਲਿਆ ਸੋ ਤੈਸੋ ਫਲ ਖਾਏ। ਜਿਵੇਂ ਬਾਹਰਲਾ ਵਾਤਾਵਰਨ ਦਾ ਅਸਰ ਸਾਡੀ ਸਿਹਤ 'ਤੇ, ਸਾਡੇ ਬਾਹਰੀ ਜੀਵਨ 'ਤੇ ਅਵੱਸ਼ ਪੈਂਦਾ। ਗਰਮੀ ਦਾ ਮੌਸਮ ਹੋਵੇ, ਸਰਦੀ ਦਾ ਮੌਸਮ ਹੋਵੇ, ਸਾਡੇ ਸਰੀਰ 'ਤੇ ਉਹਦਾ ਪ੍ਰਭਾਵ ਪੈਂਦਾ ਹੀ ਪੈਂਦਾ।
ਕੋਈ ਅੰਮ੍ਰਿਤ ਵੇਲੇ ਉੱਠ ਕੇ ਪਾਰਕ ਵਿੱਚ ਜਾਂਦਾ ਹੈ, ਖੇਤਾਂ ਵਿੱਚ ਜਾਂਦਾ ਹੈ, ਉਹਨੂੰ ਤਾਜ਼ੀ ਹਵਾ ਮਿਲਦੀ ਹੈ, ਸਿਹਤ ਤੰਦਰੁਸਤ ਰਹਿੰਦੀ ਹੈ। ਜੇ ਕੋਈ ਆਦਮੀ ਪੋਲਟਰੀ ਫਾਰਮ ਵਿੱਚ ਚਲਿਆ ਜਾਂਦਾ ਹੈ, ਭੇਡਾਂ ਦੇ ਵਾੜੇ ਵਿੱਚ ਚਲਿਆ ਜਾਂਦਾ ਹੈ, ਉੱਥੇ ਉਹ ਤਾਜ਼ੀ ਹਵਾ ਨਹੀਂ ਮਿਲੇਗੀ। ਉੱਥੇ ਜਾ ਕੇ ਆਦਮੀ ਦੀ ਸਿਹਤ ਬਿਮਾਰ ਹੋ ਜਾਂਦੀ। ਹੱਡਾ ਰੋੜੀ 'ਤੇ ਕੋਈ ਚਲਿਆ ਜਾਵੇ, ਉੱਥੇ ਤੰਦਰੁਸਤ ਕਿਵੇਂ ਰਹੇਗਾ? ਜਿਵੇਂ ਬਾਹਰਲੇ ਵਾਤਾਵਰਨ ਦਾ ਪ੍ਰਭਾਵ ਸਾਡੇ ਬਾਹਰਲੇ ਜੀਵਨ 'ਤੇ ਪੈਂਦਾ ਹੈ, ਇਸੇ ਤਰ੍ਹਾਂ ਚੰਗੀ ਮਾੜੀ ਸੰਗਤ ਦਾ ਅਤੇ ਵਿਚਾਰਾਂ ਦਾ ਪ੍ਰਭਾਵ ਵੀ ਸਾਡੇ ਮਨ 'ਤੇ ਜ਼ਰੂਰ ਪੈਂਦਾ ਹੈ। ਇਸੇ ਵਾਸਤੇ ਸਤਿਗੁਰੂ ਨੇ ਆਖਿਆ, ਜੇ ਸੰਗਤ ਕਰਨੀ ਹੈ ਤੇ ਗੁਰਮੁਖਾਂ ਦੀ ਸੰਗਤ ਕਰੋ, ਭਲੇ ਪੁਰਸ਼ਾਂ ਦੀ ਸੰਗਤ ਕਰੋ। ਉਹਨਾਂ ਦੀ ਸੰਗਤ ਕਰਕੇ ਤੁਹਾਡੇ ਜੀਵਨ ਦੇ ਵਿੱਚ ਬਦਲਾਵ ਆ ਜਾਵੇਗਾ। ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਸਾਨੂੰ ਪ੍ਰਾਪਤ ਹੁੰਦੀਆਂ ਹਨ ਵੀ ਜਿਨ੍ਹਾਂ ਨੂੰ ਚੰਗੇ ਗੁਰਮੁਖਾਂ ਦੀ ਸੰਗਤ ਹੋ ਗਈ, ਫਿਰ ਉਹ ਵੀ ਗੁਰਮੁਖ ਬਣ ਗਏ। ਭਾਈ ਬਿਧੀ ਚੰਦ ਜੀ ਪਹਿਲਾਂ ਧਾੜਵੀ ਸਨ। ਬਾਬਾ ਅਦਲੀ ਜੀ ਬੰਦਗੀ ਵਾਲੇ ਗੁਰੂ ਦੇ ਪਿਆਰੇ ਸਿੱਖ ਸਨ। ਉਹਨਾਂ ਦੀ ਸੰਗਤ ਹੋਈ ਤੇ ਉਹ ਵੀ ਗੁਰਮੁਖ ਸਿੱਖ ਬਣ ਗਏ, ਸੂਰਬੀਰ ਬਹਾਦਰ ਬਣ ਗਏ, ਗੁਰੂ ਘਰ ਦੀ ਬੇਅੰਤ ਸੇਵਾ ਕੀਤੀ। ਇਹ ਚੰਗੀ ਸੰਗਤ ਦਾ ਪ੍ਰਭਾਵ ਹੀ ਸੀ ਨਾ। ਇਸੇ ਵਾਸਤੇ ਚੰਗੀ ਸੰਗਤ ਵਿੱਚ ਆ ਕੇ ਹੀ ਸਾਡੇ ਜੀਵਨ ਦਾ ਸੁਧਾਰ ਹੁੰਦਾ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਆਪਾਂ ਨੂੰ ਗੁਰਬਾਣੀ ਨਾਲ ਜੁੜਨ ਦਾ, ਗੁਰਬਾਣੀ ਦੀ ਵਿਚਾਰ ਕਰਨ ਦਾ ਸ਼ੁਭ ਅਵਸਰ ਪ੍ਰਦਾਨ ਕੀਤਾ ਹੈ। ਆਪ ਸੰਗਤਾਂ ਨੇ ਕੱਲ੍ਹ ਵੀ ਸ਼ਾਮ ਦੇ ਦੀਵਾਨ ਵਿੱਚ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕੀਤੀ ਸੀ। ਬਾਣੀ ਬਿਰਲੋ ਵਿਚਾਰ ਸੀ ਅਤੇ ਅੱਜ ਵੀ ਉਸੇ ਲੜੀ ਨੂੰ ਆਪਾਂ ਅੱਗੇ ਤੋਰਦੇ ਹੋਏ 11ਵੀਂ ਪੌੜੀ ਦੇ ਨਾਲ 2 ਸ਼ਲੋਕ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਹਨ। ਇਹ ਵਾਰ ਵੀ ਉਹਨਾਂ ਦੀ ਹੈ, ਪੌੜੀਆਂ ਵੀ ਉਹਨਾਂ ਦੀਆਂ ਨੇ, ਪਰ ਕੁਝ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਵੀ ਆਏ ਨੇ। ਸ਼ਲੋਕ ਮਿਸ਼ਰਤ ਹਨ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੋਈ ਪੰਡਤ ਆਇਆ ਹੈ। ਉਹਨੇ ਵੇਦਾਂ ਦਾ ਵੀ ਅਧਿਐਨ ਕੀਤਾ ਸੀ ਅਤੇ ਜੋਤਿਸ਼ ਵੀ ਪੜ੍ਹਿਆ ਹੋਇਆ ਸੀ, ਅਤੇ ਨਾਲ ਕਰਮਕਾਂਡੀ ਵੀ ਸੀ। ਹੁਣ ਉਸ ਪੰਡਤ ਨੇ ਆ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਤੁਸੀਂ ਵੀ ਸਿੱਖਾਂ ਨੂੰ ਵੇਦ ਪੜ੍ਹਨ ਦਾ ਉਪਦੇਸ਼ ਦਿਓ ਅਤੇ ਇਸ ਦੇ ਨਾਲ ਨਾਲ ਕਰਮਕਾਂਡ ਵੀ ਕਰਨ ਦੀ ਉਹਨਾਂ ਨੂੰ ਨਸੀਹਤ ਦਿਓ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਕੀ ਜਵਾਬ ਦਿੱਤਾ, ਉਹ ਸ਼ਲੋਕ ਦੇ ਵਿੱਚੋਂ ਸਿਧਾਂਤ ਪ੍ਰਾਪਤ ਹੁੰਦਾ। ਜਦੋਂ ਆਪਾਂ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵਿਚਾਰ ਕਰਦੇ ਹਾਂ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਨਗਰ ਨੂੰ ਇੱਕ ਜਿਹਨੂੰ ਸਿੱਖੀ ਦਾ ਧੁਰਾ ਇਤਿਹਾਸਕਾਰਾਂ ਨੇ ਮੰਨਿਆ, ਉੱਥੇ ਰਹਿ ਕੇ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕਰਦੇ ਸਨ। ਬਹੁਤ ਸਾਰੀਆਂ ਸਾਧੂ ਮੰਡਲੀਆਂ, ਕਈ ਮਹਾਂਪੁਰਖ ਸਤਿਗੁਰੂ ਦੇ ਪਾਸ ਆਉਂਦੇ।
ਇੱਕ ਬੇਣੀ ਨਾਮ ਕਰਕੇ ਪੰਡਤ, ਉਹ ਵੀ ਸਤਿਗੁਰੂ ਦੇ ਪਾਸ ਆਇਆ। ਉਹਦੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਮੈਂ ਗੁਰੂ ਮਹਾਰਾਜ ਦੇ ਨਾਲ ਚਰਚਾ ਕਰਾਂਗਾ, ਮੈਂ ਪੰਡਤ ਹਾਂ ਅਤੇ ਮੈਂ ਚਰਚਾ ਕਰਕੇ ਗੁਰੂ ਮਹਾਰਾਜ ਨੂੰ ਹਰਾ ਦੇਵਾਂਗਾ, ਫਿਰ ਮੇਰੀ ਸਾਰੇ ਜੈ ਜੈਕਾਰ ਹੋਵੇਗੀ। ਇਸ ਖਿਆਲ ਦੇ ਨਾਲ ਆਇਆ ਸੀ। ਅਤੇ ਹੁਣ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਇਆ, ਹੁਣ ਇਹਦੇ ਕੋਲੇ ਕੇਵਲ ਸ਼ਾਸਤਰੀ ਗਿਆਨ ਸੀ। ਹੁਣ ਸਤਿਗੁਰੂ ਮਹਾਰਾਜ ਦੇ ਕੋਲ ਅਨੁਭਵੀ ਗਿਆਨ ਸੀ। ਜਿਹੜਾ ਸ਼ਾਸਤਰੀ ਗਿਆਨ ਹੈ ਅਤੇ ਅਨੁਭਵੀ ਗਿਆਨ ਹੈ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ। ਅਤੇ ਹੁਣ ਉਹਦੀ ਕੋਈ ਪੇਸ਼ ਨਾ ਗਈ। ਗੁਰੂ ਮਹਾਰਾਜ ਦੇ ਸਾਹਮਣੇ ਭਾਵੇਂ ਚਰਚਾ ਕੀਤੀ, ਹੁਣ ਸੂਰਜ ਦੇ ਸਾਹਮਣੇ ਦੀਵਾ ਕੀ ਆਪਣਾ ਪ੍ਰਕਾਸ਼ ਦਿਖਾ ਸਕਦਾ ਸੀ। ਅਖੀਰ ਇਹ ਗੁਰੂ ਮਹਾਰਾਜ ਦੇ ਚਰਨੀ ਪਿਆ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਣੀ ਪੰਡਤ ਨੂੰ ਵੀ ਉਪਦੇਸ਼ ਦਿੱਤਾ। ਹੁਣ ਉਥਾਨਕਾ ਤਾਂ ਚਾਹੇ ਕੋਈ ਵੀ ਆਪਾਂ ਲਾ ਲਈਏ, ਹੁਣ ਇਹ ਤਾਂ ਜ਼ਰੂਰ ਹੈ ਨਾ, ਕਈ ਲੋਕ ਕਹਿੰਦੇ ਉਥਾਨਕਾ ਤਾਂ ਹੁੰਦੀ ਨਹੀਂ, ਕਿ ਮੰਨਦੇ ਹੀ ਨਹੀਂ, ਪਰ ਜਿਹੜੇ ਸ਼ਬਦ ਦੇ ਵਿਚਲੇ ਭਾਵ ਨੇ, ਉਹਨਾਂ ਤੋਂ ਇਸ ਗੱਲ ਦਾ ਸੰਕੇਤ ਮਿਲਦਾ ਵੀ ਹੁਣ ਇਹ ਪੰਡਤ ਦੀ ਗੱਲ ਕੀਤੀ ਹੈ, ਜੋਤਸ਼ੀ ਦੀ ਗੱਲ ਕੀਤੀ ਹੈ। ਉਹ ਵੇਦਾਂ ਨੂੰ ਪੜ੍ਹਨ ਵਾਲਾ ਵੀ ਹੈ, ਕਰਮਕਾਂਡ ਵੀ ਰੱਖਦਾ ਹੈ, ਅਤੇ ਇਹਦਾ ਮਤਲਬ ਕੋਈ ਇਹੋ ਜਿਹਾ ਸ਼ਖਸ ਆਇਆ ਹੈ ਨਾ, ਉਹ ਫਿਰ ਬੇਣੀ ਪੰਡਤ ਹੀ ਸੀ ਜਿਹੜਾ ਗੁਰੂ ਮਹਾਰਾਜ ਦੇ ਕੋਲ ਆ। ਇਤਿਹਾਸ ਇਸ ਗੱਲ ਨੂੰ ਸਿੱਧ ਕਰਦਾ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸ਼ਲੋਕ ਦੁਆਰਾ ਉਸ ਪੰਡਤ ਨੂੰ ਉਪਦੇਸ਼ ਦਿੰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਹੋਵਾ ਪੰਡਤ ਜੋਤ ਕੀ, ਵੇਦ ਪੜਾ ਮੁਖ ਚਾਰ। ਉਤਮ ਪੁਰਖ ਦੁਆਰਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਲੋਕ ਦੇ ਵਿੱਚ ਉਪਦੇਸ਼ ਦਿੰਦੇ ਨੇ। ਹੋਵਾਂ ਪੰਡਤ ਜੋਤ ਕੀ, ਮੈਂ ਪੰਡਤ ਵੀ ਹੋਵਾਂ, ਹੋ ਜਾਵਾਂ। ਪੰਡਤ ਕਿਸ ਨੂੰ ਕਹਿੰਦੇ ਸਨ? ਪੰਡਤ ਕਿਸੇ ਜਾਤੀ ਦਾ ਨਾਮ ਨਹੀਂ ਸੀ। ਪੰਡਤ ਦਾ ਅਰਥ ਹੁੰਦਾ ਹੈ ਜਿਸ ਨੇ ਸ਼ਾਸਤਰੀ ਗਿਆਨ ਪ੍ਰਾਪਤ ਕੀਤਾ ਹੋਵੇ, ਉਸ ਨੂੰ ਪੰਡਤ ਕਹਿੰਦੇ ਸਨ। ਇੱਕ ਭਾਸ਼ਾ ਦੇ ਪੰਡਤ, ਕੋਈ ਸੰਸਕ੍ਰਿਤ ਦੇ ਪੰਡਤ, ਕਈ ਹੋਰ ਵੀ ਭਾਸ਼ਾ ਦੇ ਪੰਡਤ ਅਖਵਾਉਂਦੇ ਸਨ। ਪੰਡਤ ਇੱਕ ਡਿਗਰੀ ਸੀ, ਉਪਾਧੀ ਸੀ। ਹੁਣ ਸਤਿਗੁਰੂ ਕਹਿੰਦੇ ਮੈਂ ਪੰਡਤ ਵੀ ਹੋ ਜਾਵਾਂ, ਵੇਦ ਸ਼ਾਸਤਰ ਗ੍ਰੰਥ ਪੜ੍ਹ ਕੇ ਆਪਣੇ ਆਪ ਨੂੰ ਵਿਦਵਾਨ ਸਦਵਾ ਲਵਾਂ ਅਤੇ ਜੋਤ ਕੀ ਜੋਤਸ਼ੀ ਬਣ ਕੇ ਟੀਵੀ ਲਾ ਲਾ ਕੇ ਲੋਕਾਂ ਦੀ ਜ਼ਿੰਦਗੀ ਦਾ ਹਾਲ ਵੀ ਬਿਆਨ ਕਰਾਂ। ਵੈਸੇ ਜਿਹੜਾ ਜੋਤਿਸ਼, ਇਹ ਵੇਦ ਦੇ ਖਟ ਅੰਗ ਮੰਨੇ ਹੋਏ ਸਨ, ਅਤੇ ਵੇਦ ਵੀ, ਜੋਤਿਸ਼ ਵੀ ਉਸੇ ਖਟ ਅੰਗਾਂ ਵਿੱਚੋਂ ਇੱਕ ਅੰਗ ਮੰਨਿਆ ਗਿਆ ਸੀ। ਜਿਵੇਂ ਪਿੰਗਲ, ਨਰੋਕਤ, ਵਿਆਕਰਨ, ਇਹ ਵੇਦ ਦੇ ਖਟ ਅੰਗਾਂ ਵਿੱਚੋਂ ਨੇ। ਜੋਤਿਸ਼ ਵੀ ਇੱਕ ਖਟ ਅੰਗਾਂ ਵਿੱਚੋਂ ਇੱਕ ਅੰਗ ਸੀ। ਚਲੋ ਮੈਂ ਪੰਡਤ ਵੀ ਹੋ ਜਾਵਾਂ, ਵੇਦਾਂ ਸ਼ਾਸਤਰਾਂ ਦਾ ਗਿਆਨ ਹਾਸਲ ਕਰ ਲਵਾਂ ਅਤੇ ਜੋਤਿਸ਼ ਪੜ੍ਹ ਕੇ ਲੋਕਾਂ ਦੇ ਜ਼ਿੰਦਗੀ ਦੇ ਸਮਾਚਾਰ ਵੀ ਦੱਸਾਂ। ਵੇਦ ਪੜ੍ਹਾਂ ਮੁਖ ਚਾਰ, ਅਤੇ ਆਪਣੇ ਮੁਖ ਤੋਂ 4 ਵੇਦਾਂ ਨੂੰ ਪੜ੍ਹਨ ਲੱਗ ਜਾਵਾਂ।
4 ਵੇਦ ਹਿੰਦੂ ਧਰਮ ਦੇ ਈਸ਼ਵਰੀ ਗਿਆਨ ਦੇ ਗ੍ਰੰਥ ਮੰਨੇ ਗਏ ਨੇ। ਉਹਨਾਂ ਦੇ ਨਾਮ ਗੁਰਬਾਣੀ ਵਿੱਚ ਲਿਖੇ ਹਨ: ਸ਼ਾਮ, ਵੇਦ, ਰਿਗ, ਜੁਜਰ, ਅਥਰਵਣ। ਰਿਗਵੇਦ ਨੂੰ ਸਭ ਤੋਂ ਪੁਰਾਤਨ ਮੰਨਿਆ ਗਿਆ। ਸ਼ਾਮ, ਵੇਦ, ਰਿਗ, ਜੁਜਰ, ਅਥਰਵਣ, ਇਹ 4 ਵੇਦ ਨੇ। ਤੇ ਚਾਰੇ ਵੇਦ ਕੰਠਸਥ ਕਰ ਲਵਾਂ, ਵੇਦ ਪੜ੍ਹਾਂ ਮੁਖਚਾਰ, ਆਪਣੇ ਮੂੰਹ ਤੋਂ ਜ਼ਬਾਨੀ ਕਲਾਮੀ ਸਾਰੇ ਵੇਦਾਂ ਨੂੰ ਪੜ੍ਹਨ ਲੱਗ ਜਾਵਾਂ। ਪਰ ਯਾਦ ਰੱਖੋ, ਹਿੰਦੂ ਧਰਮ ਦੇ ਧਰਮ ਗ੍ਰੰਥ 4 ਵੇਦ ਨੇ, ਪਰ ਸਾਡੇ ਸਿੱਖਾਂ ਦਾ ਵੇਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਸਾਨੂੰ ਨਹੀਂ ਹੋਰ ਪਾਸੇ ਜਾਣ ਦੀ ਲੋੜ। ਜੋ ਕੁਝ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੁੰਦਾ ਹੈ, ਉਹ ਹੋਰ ਕਿਧਰੇ ਵੀ ਸਾਨੂੰ ਪ੍ਰਾਪਤ ਹੋਣ ਵਾਲਾ ਨਹੀਂ। ਇਸੇ ਲਈ ਇੱਕ ਹਿੰਦੂ ਆਚਾਰੀਆ ਸ਼੍ਰੀ ਰਾਮ ਜੀ ਹੋਏ ਨੇ, ਉਹਨਾਂ ਨੇ ਇਹ ਗੱਲ ਆਖੀ ਸੀ, ਜੋ ਕੁਝ ਤੁਹਾਨੂੰ ਗੁਰੂ ਘਰ ਤੋਂ ਪ੍ਰਾਪਤ ਹੋ ਸਕਦਾ ਹੈ, ਉਹ ਹੋਰ ਕਿਧਰੇ ਨਹੀਂ ਪ੍ਰਾਪਤ ਹੋ ਸਕਦਾ। ਇਸ ਲਈ ਸਾਨੂੰ ਗੁਰੂ ਘਰ ਵਿੱਚ ਹੀ ਆਉਣਾ ਚਾਹੀਦਾ। ਸਭ ਕੁਛ ਘਰ ਮਹਿ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਭੁਲਾਹੀ। ਜੇ ਆਪਾਂ ਗੁਰੂ ਦੇ ਸਿੱਖ ਅਖਵਾ ਕੇ ਵੀ ਆਪਣੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਹੋਰ ਮਜ਼ਹਬਾਂ ਵੱਲ ਤੁਰੇ ਫਿਰਦੇ ਹਾਂ, ਬਹੁਤੇ ਲੋਕ ਹੋਰ ਧਰਮਾਂ ਨੂੰ ਅਡਾਪਟ ਕਰਦੇ ਫਿਰਦੇ ਨੇ। ਇਹਦਾ ਮਤਲਬ ਉਹਨਾਂ ਨੇ ਆਪਣੇ ਵਿਰਸੇ ਨੂੰ ਸਮਝਿਆ ਹੀ ਨਹੀਂ, ਸੰਭਾਲਿਆ ਹੀ ਨਹੀਂ, ਇਸੇ ਲਈ ਹੋਰ ਪਾਸੇ ਭਟਕਦੇ ਫਿਰਦੇ ਨੇ। ਸਾਡਾ ਤਾਂ ਉਹ ਹਾਲ ਹੈ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਕੋਈ ਰਾਜਾ ਸੁਪਨੇ ਵਿੱਚ ਭਿਖਾਰੀ ਬਣ ਗਿਆ ਸੀ। ਅਸੀਂ ਵੀ ਮੋਹ ਮਾਇਆ ਦੀ ਨੀਂਦ ਵਿੱਚ ਐਸੇ ਸੁਪਨੇ ਵੇਖ ਰਹੇ ਹਾਂ ਵੀ ਸਾਡੇ ਧਰਮ ਨਾਲੋਂ ਸ਼ਾਇਦ ਦੂਸਰੇ ਧਰਮ ਅੱਛੇ ਹੋਣਗੇ। ਇਸੇ ਲਈ ਆਪਦੇ ਧਰਮ ਨੂੰ, ਆਪਣੇ ਘਰ ਨੂੰ, ਆਪਣੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਅਸੀਂ ਭਟਕਦੇ ਫਿਰਦੇ ਹਾਂ। ਪਰ ਹਜ਼ੂਰ ਕਹਿੰਦੇ ਨੇ, ਗੁਰਸਿੱਖ ਦਾ ਜੀਵਨ ਸੁਹਾਗਣ ਵਰਗਾ ਹੁੰਦਾ ਹੈ। ਸੁਹਾਗਣ ਦੀ ਅਵਸਥਾ ਕੀ ਹੁੰਦੀ ਹੈ? ਕਹੋ ਨਾਨਕ ਜਨ ਪ੍ਰਿਓ ਪਰਮੇਸ਼ਰ ਕਰ ਜਾਣੇ। ਉਹ ਪਤੀ ਨੂੰ ਪਰਮੇਸ਼ਰ ਸਮਝਦੀ ਹੈ, ਹੋਰ ਪਾਸੇ ਉਹਦਾ ਧਿਆਨ ਜਾਂਦਾ ਹੀ ਨਹੀਂ, ਹੋਰ ਪਾਸੇ ਉਹ ਦੇਖਦੀ ਹੀ ਨਹੀਂ। ਅਤੇ ਗੁਰਸਿੱਖ ਦਾ ਜੀਵਨ ਵੀ ਗੁਰੂ ਨੂੰ ਸਮਰਪਿਤ ਹੋਣਾ ਚਾਹੀਦਾ। ਜੇ ਆਪਾਂ ਗੁਰੂ ਨੂੰ ਛੱਡ ਕੇ ਹੋਰ ਪਾਸੇ ਜਾਂਦੇ ਹਾਂ, ਚਾਹੇ ਉਹ ਦੇਵੀ ਦੇਵਤੇ ਨੇ, ਮੜੀਆਂ ਮਸਾਣੀਆਂ ਨੇ, ਅਤੇ ਚਾਹੇ ਕੋਈ ਦੇਹਧਾਰੀ ਪਖੰਡੀ ਲੋਕ ਨੇ, ਇਹਦਾ ਮਤਲਬ ਅਸੀਂ ਗੁਰੂ ਦੇ ਸਿੱਖ ਬਣੇ ਹੀ ਨਹੀਂ। ਸੁਹਾਗਣ ਅਤੇ ਪਤੀ ਨੂੰ ਛੱਡ ਕੇ ਕਿਧਰੇ ਵੀ ਨਹੀਂ ਜਾ ਸਕਦੀ। ਜੇ ਆਪਾਂ ਜਾਣੇ, ਫਿਰ ਆਪਾਂ ਗੁਰੂ ਦੇ ਸਿੱਖ ਕਿਵੇਂ ਸਦਵਾ ਸਕਦੇ ਹਾਂ? ਇਸ ਵਾਸਤੇ ਗੁਰੂ 'ਤੇ ਭਰੋਸਾ ਰੱਖਣਾ ਚਾਹੀਦਾ। ਹਜ਼ੂਰ ਕਹਿੰਦੇ, ਠੀਕ ਹੈ, ਮੈਂ ਪੰਡਤ ਵੀ ਹੋ ਜਾਵਾਂ, ਜੋਤਸ਼ੀ ਵੀ ਬਣ ਜਾਵਾਂ, ਅਤੇ ਆਪਣੇ ਮੁਖ ਤੋਂ 4 ਵੇਦਾਂ ਨੂੰ ਪੜ੍ਹਨ ਲੱਗ ਜਾਵਾਂ, ਵੇਦ ਵੀ ਜ਼ੁਬਾਨੀ ਕੰਠ ਕਰ ਲਵਾਂ। ਨਵਖੰਡ ਮੱਦੇ ਪੂਜੀਆ, ਆਪਣੇ ਚੱਜ ਵਿਚਾਰ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਫਿਰ ਮੈਂ ਆਪਣੇ ਚੱਜ ਵਿਚਾਰ, ਚੱਜ ਤੋਂ ਭਾਵ ਹੈ ਵੀ ਜਿਹੜਾ ਸਦਾਚਾਰ ਹੈ, ਸ੍ਰੇਸ਼ਟਾਚਾਰ ਹੈ, ਅਤੇ ਆਪਣੀ ਵਿਚਾਰ ਦੁਆਰਾ ਨਵਾਂ ਖੰਡਾਂ ਦੇ ਵਿੱਚ ਪੂਜਿਆ ਜਾਵਾਂ। ਕਿਉਂਕਿ ਜਿਹੜੇ ਆਦਮੀ ਬਹੁਤਾ ਕਰਮਕਾਂਡ ਜਾਂ ਵਿਵੇਕ ਰੱਖਦੇ ਨੇ ਅਤੇ ਆਪਣੇ ਵੱਖਰੇ ਵਿਚਾਰ ਰੱਖਦੇ ਨੇ, ਫਿਰ ਉਹਨਾਂ ਦੀ ਵੱਖਰੀ ਪਛਾਣ ਬਣ ਜਾਂਦੀ ਹੈ।
ਹਾਜ਼ੂਰ ਕਹਿੰਦੇ ਨੇ ਮੈਂ ਵੇਦਾਂ ਸ਼ਾਸਤਰਾਂ ਨੂੰ ਵੀ ਪੜ੍ਹ ਲਵਾਂ, ਜੋਤਸ਼ੀ ਬਣ ਜਾਵਾਂ, ਪੰਡਤ ਵਿਦਵਾਨ ਹੋ ਜਾਵਾਂ ਤੇ ਆਪਣੇ ਚੱਜ ਤੇ ਵਿਚਾਰ ਦੁਆਰਾ ਨਵਖੰਡ ਤੋਂ ਭਾਵ ਹੈ 9 ਖੰਡਾਂ ਵਾਲੀ ਪ੍ਰਿਥਵੀ ਸਾਰੀ ਧਰਤੀ ਤੇ ਪੂਜਿਆ ਜਾਵਾਂ। ਮਤ ਸੱਚਾ ਅੱਖਰ ਭੁੱਲ ਜਾਏ, ਚੌਕੈ ਭਿਟੈ ਨਾ ਕੋਏ। ਤੇ ਨਾਲ ਮੈਂ ਆਪਣਾ ਚੌਂਕਾ ਵੀ ਵੱਖਰਾ ਬਣਾ ਕੇ ਉੱਥੇ ਭੋਜਨ ਤਿਆਰ ਕਰਕੇ ਛਕਾਂ। ਪੁਰਾਣੇ ਸਮੇਂ ਜਿਹੜੇ ਕਰਮਕਾਂਡੀ ਲੋਕ ਸਨ ਉਹ ਜਦੋਂ ਚੌਂਕਾ ਤਿਆਰ ਕਰਦੇ ਸਨ ਗੋਬਰ ਲੈ ਕੇ ਉਹਦਾ ਪੋਚਾ ਲਾਉਂਦੇ ਸਨ, ਫਿਰ ਉੱਥੇ ਆਲੇ ਦੁਆਲੇ ਰੱਸੀਆਂ ਬੰਨ੍ਹ ਲਈਦੇ ਜਾਂ ਕਾਰਾਂ ਕੱਢ ਦਿੰਦੇ ਵੀ ਇੱਥੋਂ ਅੰਦਰ ਨਾ ਕੋਈ ਆਵੇ, ਉਹ ਨਿਸ਼ਾਨੀ ਲਾ ਦਿੰਦੇ। ਫਿਰ ਉਸ ਤੋਂ ਬਾਅਦ ਉਹਦੇ ਵਿੱਚ ਲੰਗਰ ਤਿਆਰ ਕਰਦੇ ਤੇ ਚੌਂਕੇ ਵਿੱਚ ਹੀ ਬੈਠ ਕੇ ਛਕਦੇ ਸਨ। ਹਾਜ਼ੂਰ ਕਹਿੰਦੇ ਫਿਰ ਜੇ ਕੋਈ ਅਛੂਤ ਜਾਂ ਕੋਈ ਨੀਵੀਂ ਜਾਤ ਦਾ ਕੋਈ ਸੱਜਣ, ਕੋਈ ਵਿਅਕਤੀ, ਕੋਈ ਇਨਸਾਨ ਆ ਜਾਵੇ ਉਹਨੂੰ ਅੰਦਰ ਨਹੀਂ ਸੀ ਵੜਨ ਦਿੰਦੇ, ਅਤੇ ਜੇ ਕੋਈ ਅੰਦਰ ਭੁੱਲ ਭੁਲੇਖੇ ਵੜ ਵੀ ਜਾਵੇ ਕਹਿੰਦੇ ਸਾਡਾ ਤਾਂ ਚੌਂਕਾ ਪਿੱਟਿਆ ਗਿਆ। ਇਹੋ ਜਿਹੇ ਵਹਿਮ ਭਰਮ ਉਹ ਧਾਰਨ ਕਰਦੇ ਸਨ। ਹਾਜ਼ੂਰ ਇੱਥੇ ਉਸ ਕਰਮਕਾਂਡੀ ਪੰਡਤ ਨੂੰ ਕਹਿੰਦੇ ਨੇ ਬਈ ਠੀਕ ਹੈ, ਤੂੰ ਪੰਡਤ ਵੀ ਬਣ ਗਏ ਹੈ, ਜੋਤਿਸ਼ ਵੀ ਪੜ੍ਹ ਲਿਆ, 4 ਵੇਦਾਂ ਦਾ ਪਾਠੀ ਵੀ ਬਣ ਗਏ ਹੈ, ਆਪਣੇ ਚੱਜ ਤੇ ਵਿਚਾਰ ਦੁਆਰਾ 9 ਖੰਡਾਂ ਵਿੱਚ ਪੂਜਿਆ ਜਾਂਦਾ ਹੈ ਅਤੇ ਚੌਂਕਾ ਵੀ ਸੁੱਚਾ ਤਿਆਰ ਕਰਕੇ ਭੋਜਨ ਬਣਾ ਕੇ ਛਕਦਾ ਹੈ, ਪਰ ਇੱਕ ਗੱਲ ਧਿਆਨ ਵਿੱਚ ਰੱਖੀ, ਮਤ ਸੱਚਾ ਅੱਖਰ ਭੁੱਲ ਜਾਏ। ਕਿਸੇ ਇਸੇ ਕਰਮਕਾਂਡ ਦੇ ਵਿੱਚ ਪੈ ਕੇ ਜਿਹੜਾ ਸੱਚਾ ਅੱਖਰ ਕੀ ਹੈ, ਪਰਮੇਸ਼ਰ ਦਾ ਸੱਚਾ ਨਾਮ ਗੁਰਬਾਣੀ ਦੇ ਆਰੰਭ ਦੇ ਵਿੱਚ ਲਿਖਿਆ ਹੋਇਆ ਇੱਕ ਓਂਕਾਰ, ਇਹ ਸੱਚਾ ਅੱਖਰ ਹੈ। ਕਿਧਰੇ ਇੱਕ ਓਂਕਾਰ, ਇਹ ਸੱਚਾ ਅੱਖਰ ਤੈਨੂੰ ਭੁੱਲ ਨਾ ਜਾਵੇ, ਅਥਵਾ ਸੱਚਾ ਜੋ ਕਦੀ ਨਾਸ ਨਹੀਂ ਹੁੰਦਾ ਅਤੇ ਅੱਖਰ ਤੋਂ ਭਾਵ ਅਖਰ ਜਿਹੜਾ ਕਦੀ ਖਰਦਾ ਨਹੀਂ ਹੈ, ਐਸਾ ਕੌਣ ਹੈ? ਅਕਾਲ ਪੁਰਖ। ਕਿਧਰੇ ਤੈਨੂੰ ਪਰਮੇਸ਼ਰ ਨਾ ਭੁੱਲ ਜਾਵੇ, ਮਤ ਸੱਚਾ ਅੱਖਰ ਭੁੱਲ ਜਾਏ। ਅਤੇ ਜੇ ਤੈਨੂੰ ਪਰਮੇਸ਼ਰ ਭੁੱਲ ਗਿਆ ਫਿਰ ਤੇਰਾ ਚੌਂਕਾ ਪਿੱਟਿਆ ਜਾਵੇਗਾ। ਹੁਣ ਤੇ ਕਹਿਣਾ ਨਾ ਮੈਂ ਕਰਮਕਾਂਡੀ ਹਾਂ, ਮੇਰੇ ਚੌਂਕੇ ਵਿੱਚ ਅਛੂਤ ਕੋਈ ਆ ਨਹੀਂ ਸਕਦਾ, ਪਰ ਯਾਦ ਰੱਖ ਜਿਹੜੇ ਤੇਰੇ ਅੰਦਰ ਵਿਕਾਰ ਨੇ, ਐਬ ਨੇ, ਇਹ ਤੇਰੇ ਅੰਦਰਲੇ ਚੌਂਕੇ ਨੂੰ ਜ਼ਰੂਰ ਪਿੱਟ ਦੇਣਗੇ। ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਰਿਦੁਆਰ ਕੁੰਭ ਦਾ ਮੇਲਾ ਸੀ, ਉੱਥੇ ਗਏ ਨੇ, ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ ਅਤੇ ਗੁਰੂ ਮਹਾਰਾਜ ਵੀ ਗੰਗਾ ਵਿੱਚ ਇਸ਼ਨਾਨ ਕਰਨ ਲਈ ਗਏ। ਉਹ ਚੜ੍ਹਦੇ ਵਾਲੇ ਪਾਸੇ ਨੂੰ ਪਾਣੀ ਸੁੱਟਦੇ ਸਨ ਅਤੇ ਗੁਰੂ ਮਹਾਰਾਜ ਲਹਿੰਦੇ ਵਾਲੇ ਪਾਸੇ, ਸ਼ਿਵ ਦੇ ਪਾਸੇ ਪੱਛੋਂ ਵੱਲ ਨੂੰ ਪਾਣੀ ਸੁੱਟਣ ਲੱਗ ਪਏ। ਲੋਕ ਹੈਰਾਨ ਹੋਏ, ਕਹਿੰਦੇ ਇਹ ਕੀ ਕਰ ਰਹੇ ਹੋ? ਹਜ਼ੂਰ ਕਹਿੰਦੇ ਤੁਸੀਂ ਕੀ ਕਰਦੇ ਹੋ? ਕਹਿੰਦੇ ਅਸੀਂ ਤੇ ਆਪਣੇ ਪਿਤਰਾਂ ਨੂੰ ਪਾਣੀ ਦਿੰਦੇ ਹਾਂ, ਤੁਹਾਡੇ ਪਿਤਰ ਕਿੱਥੇ ਨੇ? ਉਹ ਸੂਰਜ ਮੰਡਲ ਦੇ ਨੇੜੇ ਕਿਤੇ ਪਿਤਰ ਲੋਕ ਹੈ, ਉੱਥੇ ਵਸਦੇ ਨੇ। ਹਜ਼ੂਰ ਕਹਿਣ ਲੱਗੇ ਅੱਛਾ ਤੁਸੀਂ ਆਪਣੇ ਪਿਤਰਾਂ ਨੂੰ ਪਾਣੀ ਦਿਓ ਅਤੇ ਅਸੀਂ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਹਾਂ। ਲੋਕ ਹੱਸਣ ਲੱਗ ਪਏ, ਕਹਿਣ ਲੱਗੇ ਤੁਹਾਡੇ ਖੇਤ ਕਿੱਥੇ ਨੇ? ਕਹਿੰਦੇ ਕਰਤਾਰਪੁਰ ਸਾਹਿਬ ਅਸੀਂ ਖੇਤੀ ਕਰਦੇ ਹਾਂ, ਉੱਥੇ ਸਾਡੇ ਝੋਨੇ ਦੇ ਖੇਤ ਨੇ, ਉਹਨਾਂ ਨੂੰ ਪਾਣੀ ਦੀ ਲੋੜ ਹੈ, ਅਸੀਂ ਉੱਥੇ ਪਾਣੀ ਦੇ ਰਹੇ ਹਾਂ। ਲੋਕ ਹੱਸਣ ਲੱਗੇ, ਕਹਿਣ ਲੱਗੇ ਤੁਹਾਡਾ ਪਾਣੀ ਤੇ ਉੱਪਰ ਸੁੱਟਿਆ ਹੇਠਾਂ ਗੰਗਾ ਵਿੱਚ ਹੀ ਡਿੱਗ ਪੈਂਦਾ, ਇਹਦੇ ਵਿੱਚ ਰੁੜ ਜਾਂਦਾ ਹੈ, ਤੁਹਾਡੇ ਖੇਤਾਂ ਤੱਕ ਇੰਨੀ ਦੂਰ ਕਿਵੇਂ ਪਹੁੰਚ ਸਕਦਾ? ਸਤਿਗੁਰੂ ਕਹਿਣ ਲੱਗੇ ਅੱਛਾ ਭਾਈ, ਇਹ ਸਾਡਾ ਪਾਣੀ ਖੇਤਾਂ ਵਿੱਚ ਨਹੀਂ ਜਾ ਸਕਦਾ ਅਤੇ ਤੁਹਾਡਾ ਪਿਤਰ ਲੋਕ ਕਿੰਨੀ ਦੂਰ ਹੈ, ਫਿਰ ਉੱਥੇ ਕਿਵੇਂ ਜਾਂਦਾ ਹੋਵੇਗਾ? ਵਹਿਮ ਭਰਮ ਦੂਰ ਕਰਨਾ ਸੀ ਨਾ।
ਤੇ ਫਿਰ ਜਿਹੜੇ ਇਹ ਲੋਕ ਸਨ, ਇਹ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਹੈਰਾਨ ਹੋਏ। ਫਿਰ ਕੁਝ ਪਖੰਡੀ ਗੰਗਾ ਦੇ ਕਿਨਾਰੇ 'ਤੇ ਬਗਲ ਸਮਾਧੀਆਂ ਲਾ ਕੇ ਬੈਠੇ ਸਨ। ਹਜ਼ੂਰ ਉਹਨਾਂ ਦੇ ਕੋਲ ਜਾਂਦੇ, ਕੁਝ ਸਮਾਂ ਬੈਠਦੇ, ਉਹਨਾਂ ਦੇ ਮਨ ਦੀ ਹਾਲਤ ਨੂੰ ਸਮਝ ਕੇ ਅਨੁਭਵ ਕਰਕੇ ਫਿਰ ਉੱਥੋਂ ਉੱਠ ਕੇ ਅੱਗੇ ਚਲੇ ਜਾਂਦੇ। ਜਿੰਨੇ ਸਾਧੂ ਮਹਾਤਮਾ ਉੱਥੇ ਬੈਠੇ ਸਨ ਸਮਾਧੀਆਂ ਲਾ ਕੇ, ਤੇ ਕੁਝ ਸਮਾਂ ਉਹਨਾਂ ਕੋਲੇ ਬੈਠ ਕੇ ਉੱਠ ਜਾਂਦੇ। ਫਿਰ ਉਹਨਾਂ ਨੇ ਪੁੱਛਿਆ ਵੀ ਗੱਲ ਕੀ ਹੈ, ਬਈ ਤੁਸੀਂ ਥੋੜ੍ਹਾ ਚਿਰ ਬੈਠ ਕੇ ਉੱਠ ਕਿਉਂ ਜਾਂਦੇ ਹੋ? ਉਹ ਕਹਿੰਦੇ ਤੁਹਾਡਾ ਆਪਣਾ ਮਨ ਹੀ ਭਗਤੀ ਵਿੱਚ ਨਹੀਂ ਲੱਗਿਆ ਹੋਇਆ, ਤੁਸੀਂ ਪਖੰਡ ਕਰਦੇ ਹੋ, ਬਗਲ ਸਮਾਧੀਆਂ ਲਾਉਂਦੇ ਹੋ। ਇਸ ਵਾਸਤੇ ਸਾਨੂੰ ਫਿਰ ਇਸ ਗੱਲ ਦਾ ਅਨੁਭਵ ਹੋ ਜਾਂਦਾ ਇਹਨਾਂ ਦੇ ਪੱਲੇ ਕੁਝ ਨਹੀਂ। ਜਿਸ ਦਾ ਆਪਦਾ ਮਨ ਹੀ ਨਹੀਂ ਟਿਕਿਆ ਤੇ ਦੂਸਰੇ ਦੇ ਮਨ ਨੂੰ ਕੀ ਉਹ ਟਿਕਾ ਸਕਦਾ। ਜਦੋਂ ਉਹਨਾਂ ਨੇ ਗੱਲ ਸੁਣੀ, ਕਹਿੰਦੇ ਵੀ ਇਹ ਤੇ ਸਾਡੇ ਦਿਲ ਦੀਆਂ ਗੱਲਾਂ ਦੱਸ ਰਹੇ ਨੇ। ਫਿਰ ਉਹ ਸ਼ਰਧਾਲੂ ਵੀ ਬਣ ਗਏ। ਫਿਰ ਕਹਿੰਦੇ ਮਹਾਰਾਜ ਤੁਸੀਂ ਸਾਡੇ ਚੌਂਕੇ ਵਿੱਚ ਆ ਕੇ ਭੋਜਨ ਛਕੋ। ਗੁਰੂ ਮਹਾਰਾਜ ਕਹਿੰਦੇ ਭਾਈ ਸਾਡੇ ਨਾਲ ਦੋ ਸਾਥੀ ਨੇ, ਭਾਈ ਬਾਲਾ ਤੇ ਮਰਦਾਨਾ, ਉਹ ਵੀ ਆਉਣਗੇ। ਕਹਿੰਦੇ ਉਹਨਾਂ ਦੀ ਜਾਤ ਕੀ ਹੈ? ਭਾਈ ਮਰਦਾਨਾ ਮਰਾਸੀ ਸੀ, ਜਿਸ ਨੂੰ ਡੂਮ ਵੀ ਕਹਿੰਦੇ ਸਨ, ਤੇ ਭਾਈ ਬਾਲਾ ਸੰਧੂ ਗੋੜ ਦਾ ਇੱਕ ਜੱਟ ਜ਼ਮੀਨਦਾਰ ਘਰਾਣੇ ਦਾ ਜੰਮਪਲ ਸੀ। ਕਹਿਣ ਲੱਗੇ ਇਹ ਨਹੀਂ ਆ ਸਕਦੇ, ਤੁਸੀਂ ਆ ਸਕਦੇ ਹੋ। ਹਜ਼ੂਰ ਕਹਿੰਦੇ ਫਿਰ ਅਸੀਂ ਤੁਹਾਡਾ ਭੋਜਨ ਨਹੀਂ ਛਕਣਾ। ਸਾਡੇ ਸਿੱਖ ਧਰਮ ਦੇ ਵਿੱਚ ਸੰਗਤ ਤੇ ਪੰਗਤ ਦਾ ਅਸੂਲ ਹੈ, ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਛਕਦੇ ਨੇ। ਉਸ ਵੇਲੇ ਗੁਰੂ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਫਿਰ ਇਹਨਾਂ ਨੂੰ ਇਹ ਗੱਲ ਆਖੀ ਸੀ ਵੀ ਤੁਸੀਂ ਤਾਂ ਆਖਦੇ ਹੋ ਵੀ ਸਾਡਾ ਚੌਂਕਾ ਬੜਾ ਸੁੱਚਾ ਹੈ, ਪਰ ਤੁਹਾਡਾ ਚੌਂਕਾ ਕਦੇ ਸੁੱਚਾ ਹੋ ਹੀ ਨਹੀਂ ਸਕਦਾ। ਕਿਉਂ? ਤੁਹਾਡੇ ਚੌਂਕੇ ਦੇ ਉੱਤੇ ਬਹੁਤ ਨੀਵੀਂ ਜਾਤ ਦੀਆਂ ਇਸਤਰੀਆਂ ਉਹ ਅੰਦਰ ਬੈਠੀਆਂ ਨੇ, ਤੁਹਾਡਾ ਚੌਂਕਾ ਸੁੱਚਾ ਨਹੀਂ ਹੋ ਸਕਦਾ। ਤੇ ਗੁਰੂ ਮਹਾਰਾਜ ਨੇ ਫਿਰ ਉਹਦੇ ਬਾਰੇ ਇਹ ਸ਼ਲੋਕ ਉਚਾਰਨ ਕੀਤਾ ਸੀ, ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆਸੀਆ ਜਾਂ ਚਾਰੇ ਬੈਠੀਆਂ ਨਾਲ। ਦੱਸੋ ਕਿਵੇਂ ਤੁਹਾਡਾ ਚੌਂਕਾ ਸੁੱਚਾ ਹੋਇਆ? ਇਉਂ ਗੁਰੂ ਮਹਾਰਾਜ ਨੇ ਅੰਤਰੀਵ ਭਾਵ ਇਹਨਾਂ ਨੂੰ ਸਮਝਾ ਕੇ ਸਿੱਧੇ ਰਾਹ ਪਾਇਆ। ਹਜ਼ੂਰ ਇੱਥੇ ਕਹਿੰਦੇ ਨੇ ਬਈ ਤੁਸੀਂ ਹੋਰ ਤੇ ਕਰਮ ਕਾਂਡ ਕਰਦੇ ਹੋ, ਚੌਂਕਾ ਵੀ ਸੁੱਚਾ ਤਿਆਰ ਕਰਕੇ ਭੋਜਨ ਛਕਦੇ ਹੋ, ਪਰ ਇੱਕ ਗੱਲ ਦਾ ਖਿਆਲ ਰੱਖਿਓ, ਇਹਨਾਂ ਕਰਮ ਕਾਂਡਾਂ ਦੇ ਵਿੱਚ ਪੈ ਕੇ ਕਿਧਰੇ ਤੁਹਾਨੂੰ ਸੱਚਾ ਅੱਖਰ ਪਰਮੇਸ਼ਰ ਦਾ ਨਾਮ ਭੁੱਲ ਨਾ ਜਾਵੇ, ਗੁਰੂ ਦੀ ਬਾਣੀ ਭੁੱਲ ਨਾ ਜਾਵੇ, ਕਿਧਰੇ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਭੁੱਲ ਨਾ ਜਾਵੇ। ਉਹਨੂੰ ਹਮੇਸ਼ਾ ਲਈ ਯਾਦ ਰੱਖਣਾ ਚਾਹੀਦਾ ਹੈ। ਝੂਠੇ ਚੌਕੇ ਨਾਨਕਾ, ਸੱਚਾ ਏਕੋ ਸੋਏ। ਗੁਰੂ ਮਹਾਰਾਜ ਕਹਿੰਦੇ ਭਾਈ ਬਾਕੀ ਦਾ ਸਾਰੇ ਚੌਂਕੇ ਝੂਠੇ ਹੀ ਨੇ, ਨਾਸਵੰਤ ਨੇ, ਇਹਨਾਂ ਨੇ ਹਮੇਸ਼ਾ ਨਹੀਂ ਰਹਿਣਾ। ਸੱਚਾ ਏਕੋ ਸੋਏ, ਸੱਚਾ ਤੇ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ। ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ ਤੇ ਉਹਦੇ ਨਾਲ ਹੀ ਤੁਹਾਡਾ ਬਾਹਰਲਾ ਚੌਂਕਾ ਵੀ ਤੇ ਅੰਦਰਲਾ ਚੌਂਕਾ ਵੀ, ਤੁਹਾਡੇ ਮਨ ਦਾ ਚੌਂਕਾ ਵੀ, ਅੰਤःਕਰਨ ਦਾ ਚੌਂਕਾ ਵੀ ਉਹ ਪਵਿੱਤਰ ਹੋ ਸਕਦਾ ਹੈ। ਮਹੱਲਾ ਤੀਜਾ। ਆਪ ਉਪਾਏ ਕਰੇ ਆਪ, ਆਪੇ ਨਦਰ ਕਰੇ। ਹੁਣ ਦੂਜੇ ਸ਼ਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਉਹੀ ਕਾਰਨ ਕਾਰਨ ਸਰੂਪ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗਤ ਦਿਖਾਇਆ। ਆਪ ਉਪਾਏ ਸਾਰੇ ਜੀਵਾਂ ਨੂੰ ਆਪ ਹੀ ਪੈਦਾ ਕਰਦਾ ਹੈ ਤੇ ਕਰੇ ਆਪ, ਆਪੇ ਸਾਰਿਆਂ ਦੀ ਸੰਭਾਲ ਵੀ ਕਰਦਾ ਹੈ, ਪਾਲਣਾ ਪੁੱਛਣਾ ਵੀ ਆਪ ਕਰਦਾ ਹੈ। ਤੇ ਨਾਲ ਹੀ ਹਜ਼ੂਰ ਕਹਿੰਦੇ ਨੇ ਆਪੇ ਨਜ਼ਰ ਕਰੇ ਤੇ ਆਪ ਹੀ ਸਾਰਿਆਂ ਵੱਲ ਮਿਹਰ ਦੀ ਦ੍ਰਿਸ਼ਟੀ ਵੀ ਕਰਦਾ। ਕਿਉਂ? ਉਹ ਵਾਹਿਗੁਰੂ
ਸਾਰਿਆਂ ਦਾ ਸਾਂਝਾ ਮਾਤਾ ਪਿਤਾ ਹੈ ਤੇ ਸਾਰੇ ਜੀਵ ਉਸ ਦੇ ਪੁੱਤਰ ਨੇ। ਏਕ ਪਿਤਾ ਕਿਸ ਕੇ ਹਮ ਬਾਰਿਕ। ਤੇ ਉਹ ਸਾਰਿਆਂ ਨੂੰ ਆਪ ਹੀ ਸਾਜਦਾ ਹੈ, ਆਪ ਹੀ ਪਾਲਦਾ ਹੈ, ਆਪ ਹੀ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ। ਆਪੇ ਦੇ ਵਡਿਆਈਆ, ਕਹੋ ਨਾਨਕ ਸੱਚਾ ਸੋਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਉਹ ਆਪ ਸੱਚਾ ਸੱਚ ਸਰੂਪ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਪੇ ਦੇ ਵਡਿਆਈਆਂ। ਵਾਹਿਗੁਰੂ ਫਿਰ ਆਪ ਸਾਰਿਆਂ ਨੂੰ ਵਡਿਆਈਆਂ ਵੀ ਦਿੰਦਾ। ਦੋ ਕਿਸਮ ਦੀ ਵਡਿਆਈ ਹੁੰਦੀ ਹੈ, ਇੱਕ ਮਾਇਆ ਦੀ ਵਡਿਆਈ ਹੈ, ਦੂਸਰੀ ਨਾਮ ਦੀ ਵਡਿਆਈ। ਜਿਹੜੇ ਮਾਇਆ ਦੀ ਵਡਿਆਈ ਦੇ ਭੁੱਖੇ ਨੇ ਉਹਨਾਂ ਨੂੰ ਵਾਹਿਗੁਰੂ ਮਾਇਆ ਦੀ ਵਡਿਆਈ ਵੀ ਦਿੰਦਾ। ਅਤੇ ਗੁਰਮੁਖ ਨਾਮ ਦੀ ਵਡਿਆਈ ਜਿਹਦੇ ਵਿੱਚ ਸਾਰੀਆਂ ਵਡਿਆਈਆਂ ਵੀ ਆ ਜਾਂਦੀਆਂ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਮਾਇਆ ਦੀ ਵਡਿਆਈ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਹੁੰਦੀ ਹੈ ਅਤੇ ਜਿਹੜੀ ਨਾਮ ਦੀ ਵਡਿਆਈ ਹੈ ਦੂਜ ਦੇ ਚੰਦਰਮਾ ਵਾਂਗ ਹੁੰਦੀ। ਹੁਣ ਸਾਡੇ ਮਨ ਦੇ ਵਿੱਚ ਜ਼ਰੂਰ ਸਵਾਲ ਪੈਦਾ ਹੁੰਦਾ ਹੈ ਵੀ ਨਾਮ ਦੀ ਵਡਿਆਈ ਤਾਂ ਵੱਡੀ ਹੈ, ਇਹਨੂੰ ਦੂਜ ਦੇ ਚੰਦਰਮਾ ਦੇ ਨਾਲ ਕਿਉਂ ਤਸ਼ਬੀਹ ਦਿੱਤੀ ਗਈ। ਮਾਇਆ ਦੀ ਵਡਿਆਈ ਖਿਨ ਭੰਗਰ ਹੈ, ਨਾਸਵੰਤ ਹੈ, ਉਹਨੂੰ ਪੂਰਨਮਾਸ਼ੀ ਦੇ ਨਾਲ ਕਿਉਂ ਉਪਮਾ ਦਿੱਤੀ ਗਈ। ਇਹਦੇ ਪਿੱਛੇ ਉਹ ਕਾਰਨ ਹੈ। ਪੂਰਨਮਾਸ਼ੀ ਦਾ ਚੰਦਰਮਾ ਇੱਕ ਦਿਨ ਹੀ ਸੰਪੂਰਨ ਦਿਖਾਈ ਦਿੰਦਾ, ਉਸ ਤੋਂ ਬਾਅਦ 'ਚ ਉਹਦੀ ਕਲਾ ਘਟਣੀ ਸ਼ੁਰੂ ਹੋ ਜਾਂਦੀ। ਮਾਇਆ ਦਾ ਚਮਤਕਾਰ ਇੱਕੋ ਦਿਨ ਹੀ ਪੂਰਨ ਦਿਖਾਈ ਦਿੰਦਾ, ਮੁੜ ਕੇ ਘਟਦਾ ਘਟਦਾ ਉਹਦਾ ਪ੍ਰਕਾਸ਼, ਉਹਦਾ ਪ੍ਰਭਾਵ ਖਤਮ ਹੋ ਜਾਂਦਾ, ਫਿਰ ਮੱਸਿਆ ਦੀ ਰਾਤ ਆ ਜਾਂਦੀ। ਅਤੇ ਜਿਹੜੀ ਨਾਮ ਦੀ ਕਲਾ ਹੈ, ਨਾਮ ਦੀ ਕਰਾਮਾਤ ਹੈ, ਉਹ ਦੂਜ ਦੇ ਚੰਦਰਮਾ ਵਾਂਗੂ ਹੈ, ਉਹਨੇ ਵਧਣਾ ਹੀ ਵਧਣਾ, ਘਟਣਾ ਨਹੀਂ ਹੈ। ਮਾਇਆ ਦੀ ਵਡਿਆਈ, ਮਾਇਆ ਦਾ ਪ੍ਰਭਾਵ ਘਟਦਾ ਜਾਂਦਾ ਹੈ, ਪਰ ਨਾਮ ਦਾ ਪ੍ਰਤਾਪ, ਨਾਮ ਦੀ ਕਲਾ ਵੱਧਦੀ ਹੀ ਵੱਧਦੀ ਜਾਂਦੀ, ਕਦੇ ਘਟਦੀ ਨਹੀਂ, ਕਦੇ ਮੱਸਿਆ ਦੀ ਰਾਤ ਆਉਂਦੀ ਹੀ ਨਹੀਂ, ਕਦੇ ਅਵਿਦਿਆ ਅਤੇ ਅਗਿਆਨਤਾ ਦਾ ਪ੍ਰਭਾਵ ਉਸ 'ਤੇ ਪੈਂਦਾ ਹੀ ਨਹੀਂ। ਉਸ ਤੋਂ ਬਾਅਦ ਫਿਰ ਪੂਰਨਮਾਸ਼ੀ ਦੀ ਰਾਤ ਹੀ ਆਉਂਦੀ ਹੈ। ਇਸੇ ਕਰਕੇ ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਪਰਮੇਸ਼ਰ ਆਪੇ ਦੇ ਵਡਿਆਈਆਂ। ਉਹ ਆਪ ਹੀ ਗੁਰਮੁਖਾਂ ਨੂੰ ਵਡਿਆਈਆਂ ਦਿੰਦਾ ਹੈ, ਕਿਉਂਕਿ ਉਹ ਸੱਚਾ ਵਾਹਿਗੁਰੂ ਦਿਆਲੂ ਕਿਰਪਾਲੂ ਹੈ। ਪੌੜੀ ਕੰਟਕ ਕਾਲ ਏਕ ਹੈ, ਹੋਰ ਕੰਟਕ ਨਾ ਸੂਝੈ। ਹੁਣ ਪੌੜੀ ਛੰਦ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਦਾ ਨਿਰਣਾ ਕਰਦੇ ਨੇ। ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਸਭ ਤੋਂ ਦੁਖਦਾਈ ਅਤੇ ਭਿਆਨਕ ਮਨੁੱਖ ਦਾ ਦੁਸ਼ਮਣ ਕੌਣ ਹੈ। ਅਤੇ ਹਜ਼ੂਰ ਕਹਿੰਦੇ ਨੇ, ਲਓ ਸੁਣੋ, ਕੰਟਕ ਕਾਲ ਏਕ ਹੈ। ਕਾਲ ਦਾ ਅਰਥ ਹੈ ਮੌਤ। ਸਭ ਤੋਂ ਵੱਡਾ ਦੁਸ਼ਮਣ ਅਤੇ ਕੰਟਕ ਜਿਹੜਾ ਕੰਡੇ ਵਾਂਗੂ ਰੜਕਦਾ ਹੈ, ਦੁੱਖ ਦਿੰਦਾ ਹੈ, ਦੁੱਖ ਤਕਲੀਫ ਸਾਡੇ ਅੰਦਰ ਪੈਦਾ ਕਰਦਾ ਹੈ, ਉਹ ਕਾਲ ਦਾ ਹੀ ਦੁੱਖ ਹੈ, ਕਾਲ ਦਾ ਹੀ ਡਰ ਹੈ। ਸਭ ਤੋਂ ਵੱਡਾ ਕੰਡਾ ਚੁਭਣ ਵਾਲਾ ਮੌਤ ਦਾ ਹੀ ਹੈ। ਹੋਰ ਕੰਟਕ ਨਾ ਸੂਝਾ। ਮੌਤ ਵਰਗਾ, ਕਾਲ ਵਰਗਾ ਹੋਰ ਦੁਖਦਾਈ ਕੰਡਾ ਕੋਈ ਸਾਡਾ ਦੁਸ਼ਮਣ ਸਾਨੂੰ ਦਿਸਦਾ ਹੀ ਨਹੀਂ ਹੈ। ਅਫਰਿਓ ਜਗ ਮਹਿ ਵਰਤਦਾ, ਪਾਪੀ ਸਿਉ ਲੂਜੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਜਿਹੜਾ ਕਾਲ ਰੂਪੀ ਕੰਡਾ ਹੈ, ਅਫਰਿਓ ਦਾ ਅਰਥ ਹੈ ਆਫਰਿਆ ਹੋਇਆ। ਅਫਾਰਾ ਇੱਕ ਰੋਗ ਵੀ ਹੁੰਦਾ। ਇੱਥੇ ਭਾਵ ਹੰਕਾਰ ਦੇ ਵਿੱਚ ਜਿਹੜਾ ਆਦਮੀ ਆਫਰਿਆ, ਉਹ ਕਹਿੰਦੇ ਬੜਾ ਆਫਰਿਆ ਹੋਇਆ। ਹੰਕਾਰੀ ਬੰਦੇ ਨੂੰ ਵੀ ਕਹਿੰਦੇ ਨੇ। ਅਤੇ ਅਫਰਿਓ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਅਫਰਿਓ ਜਿਹੜਾ ਫੜਿਆ ਨਾ ਜਾਵੇ, ਬਹੁਤਾ ਤਕੜਾ ਹੋਵੇ, ਉਹ ਕਹਿੰਦੇ ਉਹਨੂੰ ਫੜਨਾ ਔਖਾ ਹੁੰਦਾ। ਬੜਾ ਜ਼ਬਰਦਸਤ ਹੈ ਕਾਲ, ਉਹ ਬੜਾ ਆਫਰਿਆ ਹੋਇਆ, ਹੰਕਾਰਿਆ ਹੋਇਆ, ਬਿਫਰਿਆ ਹੋਇਆ ਸੰਸਾਰ ਵਿੱਚ ਵਰਤਦਾ ਹੈ।
ਪਾਪੀ ਸੋ ਲੂਜਾ, ਜਿਹੜੇ ਪਾਪੀ ਮਨੁੱਖ ਨੇ ਉਹਨਾਂ ਦੇ ਨਾਲ ਉਹ ਕਾਲ ਜਾ ਕੇ ਝਗੜਾ ਕਰਦਾ। ਇਹਦਾ ਮਤਲਬ ਇਹ ਹੈ ਜਿਹੜਾ ਕਾਲ ਹੈ, ਇਸ ਨੂੰ ਮੌਤ ਦਾ ਫਰਿਸ਼ਤਾ ਕਹਿ ਲਓ, ਇਹ ਪਾਪੀਆਂ ਨੂੰ ਦੰਡ ਦਿੰਦਾ ਹੈ ਅਤੇ ਜਿਹੜੇ ਧਰਮੀ ਬੰਦੇ ਨੇ ਉਹਨਾਂ ਨੂੰ ਨਹੀਂ ਕੁਛ ਕਹਿੰਦਾ। ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਨੇੜੇ ਨਹੀਂ ਆਉਂਦਾ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ, ਉਥੈ ਤੇਰੀ ਰਖ ਅਗਨੀ ਉਦਰ ਮਾਹੇ, ਸੁਣ ਕੇ ਜਮ ਕੇ ਦੂਤ ਨਾਹੀਂ ਤੇਰੇ ਛੱਡ ਜਾਹੇ। ਜਿੱਥੇ ਪਰਮੇਸ਼ਰ ਦੇ ਨਾਮ ਦੀ ਗੱਲ ਆਉਂਦੀ ਹੈ ਨਾ, ਉੱਥੇ ਜਮਦੂਤ ਨੇੜੇ ਨਹੀਂ ਆ ਸਕਦਾ। ਨਾਮ ਸੁਣੇ ਜਮ ਦੂਰੋਂ ਭਾਗੈ, ਸ਼ਬਦ ਸੁਣੇ ਜਮ ਦੂਰੋਂ ਭਾਗੈ, ਮਤ ਮਾਰੇ ਹਰਿ ਜਿਉ ਬੇਪਰਵਾਹ ਹੈ। ਸ਼ਬਦ ਦਾ ਅਰਥ ਵੀ ਨਾਮ ਹੈ। ਜਦੋਂ ਪਰਮੇਸ਼ਰ ਦੇ ਨਾਮ ਦੀ ਆਵਾਜ਼ ਸੁਣਦਾ, ਜਮਦੂਤ ਡਰਦਾ ਮਾਰਾ ਦੂਰ ਤੋਂ ਹੀ ਭੱਜ ਜਾਂਦਾ, ਨੇੜੇ ਨਹੀਂ ਆ ਸਕਦਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹਜ਼ੂਰ ਕਹਿੰਦੇ ਨੇ ਉਹ ਬੜਾ ਆਫਰਿਆ ਹੋਇਆ ਸੰਸਾਰ ਵਿੱਚ ਵਰਤਦਾ ਹੈ, ਅਤੇ ਜਿਹੜੇ ਪਾਪੀ ਲੋਕ ਨੇ ਉਹਨਾਂ ਦੇ ਨਾਲ ਜਾ ਕੇ ਨਿਤ ਝਗੜਾ ਕਰਦਾ ਹੈ। ਗੁਰ ਸ਼ਬਦੀ ਹਰ ਭੇਦੀਐ, ਹਰ ਜਪ ਹਰ ਬੂਝੈ। ਫਿਰ ਇਸ ਕਾਰ ਤੋਂ ਕਿਸੇ ਤਰ੍ਹਾਂ ਬਚਿਆ ਵੀ ਜਾ ਸਕਦਾ ਹੈ। ਹਜ਼ੂਰ ਕਹਿੰਦੇ ਹਾਂ, ਬਚਣ ਦਾ ਤਰੀਕਾ ਵੀ ਹੈ। ਉਹ ਕੀ ਹੈ? ਗੁਰ ਸ਼ਬਦੀ ਹਰ ਭੇਦੀਐ। ਤੁਸੀਂ ਗੁਰੂ ਸ਼ਬਦ ਰਾਹੀਂ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਭੇਦੀਐ ਦਾ ਅਰਥ ਹੈ ਵਿੰਨ ਲਵੋ। ਭੇਦੀਐ ਦਾ ਅਰਥ ਹੁੰਦਾ ਹੈ ਵਿੰਨਣਾ। ਗੁਰੂ ਸ਼ਬਦ ਰਾਹੀਂ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਵਿੰਨ ਲਵੋ, ਭਾਵ ਆਪਣੇ ਮਨ ਨੂੰ ਜੋੜ ਲਵੋ। ਹਰ ਜਪ ਹਰ ਬੂਝੈ, ਅਤੇ ਫਿਰ ਵਾਹਿਗੁਰੂ ਦਾ ਨਾਮ ਜਪੋ। ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਅਤੇ ਵਾਹਿਗੁਰੂ ਦਾ ਨਾਮ ਜਪੋ, ਅਤੇ ਹਰ ਬੂਝੈ, ਫਿਰ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਦੀ ਸੋਝੀ ਪ੍ਰਾਪਤ ਹੋਵੇਗੀ, ਤੁਹਾਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਜਾਵੇਗਾ, ਅਤੇ ਫਿਰ ਤੁਹਾਡੇ ਨੇੜੇ ਕਾਲ ਨਹੀਂ ਆ ਸਕਦਾ। ਸੋ ਹਰਿ ਸਰਨਾਈ ਛੁੱਟੀਐ, ਜੋ ਮਨ ਸਿਉ ਜੂਝੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਗੁਰਮੁਖ ਪਿਆਰੇ ਜੋ ਮਨ ਸਿਉ ਜੂਝੈ, ਜਿਹੜੇ ਮਨ ਦੇ ਨਾਲ ਜੂਝਦੇ ਨੇ। ਜਿਹੜਾ ਜੂਝਾ ਸ਼ਬਦ ਹੈ ਨਾ, ਇਹ ਕਲਗੀਧਰ ਪਾਤਸ਼ਾਹ ਨੇ ਵੀ ਆਪਣੀ ਬਾਣੀ ਵਿੱਚ ਵਰਤਿਆ। ਜਬ ਆਪ ਕੀ ਔਧ ਨਿਦਾਨ ਬਣੇ, ਅਤਿ ਹੀ ਰਣ ਮੈਂ ਤਬ ਜੂਝ